जो बोले सो निरभय। सतगुरु रविदास महाराज की जय। कौम जाग पई संगते हुण इतिहास रचा दईए। कौम जाग पई संग। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ। ਸਾਧ ਸੰਗਤ ਜੀ, ਅੱਜ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਉਪਕਾਰਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਕਥਾ ਆਪ ਜੀ ਦੇ ਚਰਨਾਂ ਦੇ ਵਿੱਚ ਰੱਖ ਰਹੇ ਹਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਇੱਕ ਪਲ ਪਰਉਪਕਾਰਾਂ ਦੇ ਨਾਲ ਭਰਿਆ ਪਿਆ ਹੈ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਜ ਮਾਤਾ ਕਰਮਾਵਤੀ, ਜਿਹੜੀ ਕਿ ਸਤਿਗੁਰ ਦੀ ਕਿਹਾ ਜਾਂਦਾ ਹੈ ਪਹਿਲੀ ਸਿੱਖ ਹੈ, ਉਸ ਦੀ ਕਥਾ ਰੱਖਣ ਜਾ ਰਹੇ ਹਾਂ। ਉਮੀਦ ਹੈ ਕਿ ਸੰਗਤਾਂ ਦੀ ਸ਼ਰਧਾ, ਪ੍ਰੇਮ ਭਾਵਨਾ ਸਤਿਗੁਰ ਦੇ ਪ੍ਰਤੀ ਹੋਰ ਵੱਧ ਜੁੜੇਗੀ। ਸਾਧ ਸੰਗਤ ਜੀ, ਗੁਰਬਾਣੀ ਮਹਾ ਆਨੰਦ ਸਾਗਰ ਹੈ। ਇਸ ਦੀ ਇੱਕ ਇੱਕ ਲਹਿਰ ਜੋ ਹੈ, ਉਹ ਲੱਖਾਂ ਡੁੱਬ ਰਹੇ ਪਾਪੀਆਂ ਨੂੰ ਕਿਨਾਰੇ ਲਾਉਂਦੀ ਹੈ। ਪਿਆਰ ਦੀ ਜੋਤ ਜਗਾਉਣੀ ਹੈ, ਤਦ ਹੀ ਜੀਵਨ ਸਫਲ ਹੈ। ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਇੱਕ ਬਹੁਤ ਹੀ ਸੁੰਦਰ ਉਦਾਹਰਨ ਸਾਨੂੰ ਇਸ ਮਾਰਗ ਵਿੱਚ ਅੱਗੇ ਵਧਣ ਵਾਸਤੇ ਹੋਰ ਰਸਤਾ ਜੋ ਹੈ ਉਹ ਦੱਸਦੀ ਹੋਈ ਗੁਰਾਂ ਨੇ ਕਿਰਪਾ ਕੀਤੀ ਹੈ। ਕਬੀਰ ਕਬੀਰ ਕੈਸੋ ਕੂਕੀਏ। ਕਬੀਰ ਕੈਸੋ ਕੂਕੀਏ, ਨਾ ਸੋਏ ਆਸਾਰ। ਕਬੀਰ ਕੈਸੋ ਕੂਕੀਏ, ਨਾ ਸੋਏ ਆਸਾਰ। ਰਾਤ ਦਿਵਸ ਕੈ ਕੂਕਨੇ, ਕਬਹੂ ਕੈ ਸੁਨੇ ਪਕਾਰ। ਰਾਤ ਦਿਵਸ ਕੈ ਕੂਕਨੇ, ਕਬਹੂ ਕੋ ਸੁਨੇ ਪੁਕਾਰ। ਇਸ ਦਾ ਬੜਮੁੱਲਾ ਅਰਥ ਜੋ ਹੈ
ਸਤਿਗੁਰੂ ਕਬੀਰ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਅਕਾਲ ਪੁਰਖ ਦਾ ਨਾਮ ਜਪਦਾ ਰਹਿ। ਔਰ ਐਸਾ ਨਾ ਕਰ ਕਿ ਤੂੰ ਸੁੱਤਾ ਰਹੇ। ਅਕਾਲ ਪੁਰਖ ਦਾ ਨਾਮ ਜਪ। ਜਦ ਤੂੰ ਜਪਦਾ ਰਹੇਗਾ ਤੇ ਇੱਕ ਦਿਨ ਐਸਾ ਆਏਗਾ ਕਿ ਤੇਰੇ ਭਾਗ ਜਾਗ ਜਾਣਗੇ ਤੇ ਤੇਰੀ ਜੋ ਪੁਕਾਰ ਹੈ ਉਹ ਅਕਾਲ ਪੁਰਖ ਦੇ ਦਰ ਤੇ ਸੁਣੀ ਜਾਏਗੀ। ਔਰ ਭਾਈ, ਜੇ ਤੂੰ ਗਾਫਲ ਹੋ ਕੇ ਸੁੱਤਾ ਰਹੇਗਾ ਫਿਰ ਤੂੰ ਪੁਕਾਰ ਕਿਵੇਂ ਕਰੇਗਾ? ਤੇ ਫਿਰ ਤੇ ਸੁੱਤਾ ਹੋਇਆ ਜੋ ਮਨੁੱਖ ਹੈ, ਅਰਥਾਤ ਜੋ ਮਨੁੱਖ ਕਰਮ ਨਹੀਂ ਕਰਦਾ ਹੈ, ਆਪਣੇ ਜੀਵਨ ਨੂੰ ਸੁੱਤਾ ਹੋਇਆ ਬਣਾ ਦਿੰਦਾ ਹੈ, ਤਾਂ ਸੁੱਤੇ ਹੋਏ ਨੇ ਪੁਕਾਰ ਕੀ ਕਰਨੀ ਹੈ? ਜੋ ਸਦਾ ਸੁੱਤਾ ਰਹਿੰਦਾ ਹੈ ਉਸ ਨੂੰ ਤਾਂ ਫਿਰ ਸੁਪਨੇ ਵੀ ਜੋ ਹਨ ਐਸੇ ਹੀ ਊਲ ਜਲੂਲ ਜੈਸੇ ਆਉਣਗੇ। ਜੇ ਤੂੰ ਜਾਗੇਗਾ, ਅਕਾਲ ਪੁਰਖ ਦਾ ਨਾਮ ਜਪੇਗਾ, ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਚੌਥ ਜਾਂ ਐਤਵਾਰ ਨੂੰ, ਤੇ ਤੁਹਾਡੀ ਪੁਕਾਰ ਜੋ ਹੈ ਉਹ ਅਕਾਲ ਪੁਰਖ ਦੇ ਦਰ ਪਹੁੰਚ ਹੀ ਜਾਣੀ ਹੈ। ਸੋ ਸਾਧ ਸੰਗਤ ਜੀ, ਸੁੱਤਿਆ ਨਹੀਂ ਰਹਿਣਾ ਹੈ। ਅਕਾਲ ਪੁਰਖ ਦੇ ਨਾਮ ਦੀ ਜੋ ਹੈ ਮਾਲਾ ਫੇਰਦੇ ਰਹਿਣਾ ਹੈ। ਤਦ ਹੀ ਇਹ ਜਨਮ ਸਫਲਤਾ ਦੀ ਪੌੜੀ ਵੱਲ ਨੂੰ ਜੋ ਕਦਮ ਵਧਾ ਸਕਦਾ ਹੈ। ਇਹ ਗੱਲਾਂ ਜੋ ਹਨ, ਉਪਦੇਸ਼ ਜੋ ਹਨ, ਇਹ ਗੁਰਬਾਣੀ ਦੇ ਉਪਦੇਸ਼ ਹਨ, ਮਹਾਪੁਰਸ਼ਾਂ ਦੇ ਉਪਦੇਸ਼ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਹਨ, ਜਿਨ੍ਹਾਂ ਦੀ ਕੀਮਤ ਕੋਈ ਬਾਜ਼ਾਰੋਂ ਪੈਸੇ ਦੇ ਕੇ ਨਹੀਂ ਖਰੀਦ ਸਕਦਾ। ਹਰ ਕਾ ਨਾਮ ਅਮੁੱਲ ਹੈ ਕਿ ਉਹ ਕੀਮਤ ਕੀਜੇ। ਉਸ ਦੀ ਕੀਮਤ ਨਹੀਂ ਕੀਤੀ ਜਾ ਸਕਦੀ। ਸੋ ਭਾਈ, ਸਤਿਗੁਰ ਛੋਟੀ ਅਵਸਥਾ ਵਿੱਚ ਸਨ, 8-9 ਸਾਲ ਦੇ ਇਰਦ ਗਿਰਦ ਸਤਿਗੁਰਾਂ ਦੀ ਜੋ ਅਵਸਥਾ ਸੀ, ਆਪਣੀ ਦਾਦੀ ਮਾਤਾ ਲਖਪਤੀ ਦੇ ਨਾਲ ਸਤਿਗੁਰ ਉਹਨਾਂ ਦੀ ਉਂਗਲੀ ਫੜ ਕੇ ਬਾਹਰ ਜਾਂਦੇ ਸਨ, ਸੰਗਤਾਂ ਦਾ ਉਧਾਰ ਕਰਦੇ ਸਨ। ਜਿੱਥੇ ਸਤਿਗੁਰ ਦੀ ਨਜ਼ਰ ਪੈ ਜਾਂਦੀ ਸੀ, ਡੁੱਬਦੇ ਬੇੜੇ ਪਾਰ ਹੋ ਜਾਂਦੇ ਸਨ। ਪੱਥਰ ਵੀ ਪਾਣੀ ਤੇ ਤਰਨ ਲੱਗ ਪੈਂਦੇ ਸਨ। ਸੁੱਕੇ ਹੋਏ ਦਰਖਤ ਹਰੇ ਹੋ ਜਾਂਦੇ ਸਨ। ਸਤਿਗੁਰ ਦੀਆਂ ਅਜਿਹੀਆਂ ਜੋ ਅਵਸਥਾਵਾਂ ਸਨ, ਇਹਨਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਹੈ। ਇੱਕ ਵਾਰੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਬਹਾਦਰ ਜੀ ਜਾ ਰਹੇ ਸਨ, ਰਹਿ ਰਾਸ ਦਾ ਟਾਈਮ ਹੋ ਗਿਆ, ਸਿੰਘ ਨਾਲ ਸਨ। ਰਸਤੇ ਵਿੱਚ ਕੁਛ ਐਸੀ ਅਵਸਥਾ ਸੀ ਕਿ ਇੱਕ ਸੁੱਕਾ ਦਰਖਤ ਰਸਤੇ ਦੇ ਵਿੱਚ ਆਇਆ। ਹੋਰ ਕੋਈ ਐਸੀ ਕੋਈ ਜਗ੍ਹਾ ਯੋਗ ਨਹੀਂ ਸੀ, ਜਾਂ ਉਹਦੇ ਭਾਗ ਜਾਗਣੇ ਸਨ ਦਰਖਤ ਦੇ ਸੁੱਕੇ ਹੋਏ ਦੇ। ਸਿੰਘ ਸੱਜ ਗਏ, ਰਹਿ ਰਾਸ ਕੀਤੀ। ਜਦੋਂ ਸ਼ਬਦ ਆਇਆ
ਸੂਕੇ ਕਾਸ਼ਟ ਹਰਿਆ। ਉਹ ਸੁੱਕਾ ਹੋਇਆ ਦਰਖਤ ਪਤਾ ਨਹੀਂ ਕਦੋਂ ਤੋਂ ਇਸ ਅਵਸਥਾ ਵਿੱਚ ਸੀ, ਜਦੋਂ ਇਹ ਤੁਕ ਪੜੀ ਤਾਂ ਦਰਖਤ ਦੇ ਵਿੱਚੋਂ ਹਰੇ ਹਰੇ ਬਹੁਤ ਹੀ ਸੁੰਦਰ ਪੱਤੇ ਨਿਕਲ ਆਏ। ਦਰਖਤ ਨੂੰ ਫੁੱਲ ਫਲ ਲੱਗ ਗਏ, ਉਸਦੇ ਭਾਗ ਜਾਗ ਪਏ। ਸਾਧ ਸੰਗਤ ਜੀ, ਅਜਿਹੀ ਹੈ ਸਤਿਗੁਰਾਂ ਦੀ ਜੋ ਬਾਣੀ ਹੈ, ਉਸ ਦਾ ਮਹੱਤਵ ਇੰਨਾ ਹੈ। ਬਹੁਤ ਇੱਕ ਇੱਕ ਤੁਕ ਜੋ ਹੈ ਸਤਿਗੁਰ ਦੀ ਸਤਿਕਾਰਯੋਗ ਬਾਣੀ ਦੀ, ਉਸ ਦੀ ਕੀਮਤ ਨਹੀਂ ਹੈ। ਬਹੁਤ ਹੀ ਕੀਮਤੀ ਸਤਿਗੁਰਾਂ ਨੇ ਬਾਣੀ ਜੋ ਉਚਾਰਨ ਕੀਤੀ ਹੈ, ਧੁਰ ਕੀ ਬਾਣੀ ਆਈ ਇਨ ਸਗਲੀ ਚਿੰਤ ਮਿਟਾਈ। ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੀ ਸਤਿਗੁਰ ਰਵਿਦਾਸ ਮਹਾਰਾਜ ਜੀ ਛੋਟੀ ਅਵਸਥਾ ਵਿੱਚ ਆਪਣੀ ਦਾਦੀ ਦੀ ਉਂਗਲੀ ਫੜ ਕੇ ਦੁਨੀਆ ਨੂੰ ਤਾਰਦੇ ਹੋਏ ਜਿੱਧਰ ਵੀ ਜਾਂਦੇ ਮਿਹਰ ਦੀ ਨਜ਼ਰ ਕਰਕੇ ਦੁੱਖ ਨਿਵਾਰਨ ਕਰਦੇ ਹੋ ਜਾਂਦੇ। ਇੱਕ ਵਾਰੀ ਆਪਣੀ ਦਾਦੀ ਦੇ ਨਾਲ, ਉਹ ਦਾਦੀ ਦੀ ਜੋ ਹਮ ਉਮਰ ਕੋਈ ਸਹੇਲੀ ਸੀ, ਜਿਸ ਦਾ ਨਾਮ ਮਾਤਾ ਕਰਮਾ ਬਾਈ ਸੀ, ਉਸ ਦੇ ਘਰ ਗਏ। ਮਾਤਾ ਕਰਮਾ ਬਾਈ ਜੋ ਸੀ, ਉਹ 30 ਸਾਲ ਤੋਂ ਨੇਤਰਹੀਣ ਹੋ ਚੁੱਕੀ ਸੀ, ਅਰਥਾਤ ਦੇਖ ਨਹੀਂ ਸੀ ਸਕਦੀ। 30 ਸਾਲ ਹੋ ਗਏ ਸਨ। ਘਰ ਵਿੱਚ ਕੋਈ ਨਹੀਂ ਸੀ। ਜੀਵਨ ਦਾ ਨਿਰਵਾਹ ਗੁਜ਼ਾਰਾ ਚਲਾਉਣ ਵਾਸਤੇ ਪੁਰਾਤਨ ਸਮਿਆਂ ਦੇ ਵਿੱਚ ਵੀ ਇਹ ਕੰਮ ਚੱਲਦਾ ਸੀ ਕਿ ਚਰਖਾ ਮਾਈਆਂ ਕੱਤਦੀਆਂ ਸਨ। ਰੂੰ ਦੀਆਂ ਪੂਣੀਆਂ ਬਣਾ ਕੇ ਇੱਕ ਛਿੱਕੂ, ਛਾਬਾ ਜਾਂ ਇੱਕ ਛੋਟੀ ਜਿਹੀ ਟੋਕਰੀ ਉਹਦੇ ਵਿੱਚ ਰੱਖ ਲੈਣੀ ਆ ਤੇ ਚਰਖੇ ਨੂੰ ਚਲਾਉਂਦੇ ਜਾਣਾ ਤੇ ਤੱਕੜੇ ਤੇ ਗੋਟੇ ਬਣਾਉਂਦੇ ਜਾਣਾ। ਜਦੋਂ ਗੋਟਾ ਬਣ ਜਾਣਾ, ਉਸ ਨੂੰ ਲਾ ਕੇ ਇੱਕ ਟੋਕਰੀ ਦੇ ਵਿੱਚ ਰੱਖ ਦੇਣਾ। ਸੂਤ ਕੱਤਦੇ ਸਨ। ਮਾਤਾ ਕਰਮਾ ਬਾਈ ਨੇਤਰਹੀਣ ਦੇ ਬਾਵਜੂਦ ਵੀ ਕਿਰਤ ਕਰਦੀ ਸੀ, ਪਰ ਇੱਕ ਉਹਦੀ ਗੱਲ ਜੋ ਵਿਸ਼ੇਸ਼ ਸੀ, ਉਹ ਇਹ ਸੀ ਕਿ ਚਰਖਾ ਕੱਤਦੀ ਹੋਈ ਵੀ ਪਰਮਾਤਮਾ ਦਾ ਜੋ ਨਾਮ ਆਪਣੇ ਹਿਰਦੇ ਵਿੱਚ ਸਿਮਰਦੀ ਰਹਿੰਦੀ ਸੀ। ਦਿਨ ਰਾਤ ਜਦੋਂ ਵੀ ਉਹਦੇ ਕੋਲ ਸਮਾਂ ਹੁੰਦਾ, ਉਹ ਲੋਕਾਂ ਦਾ ਸੂਤ ਚਰਖਾ ਚਲਾ ਕੇ ਕੱਤਦੀ ਤੇ ਇਸ ਦੇ ਵੱਟੇ ਉਸ ਨੂੰ ਕੁਝ ਨਾ ਕੁਝ, ਕੋਈ ਦਾਣਾ, ਕੋਈ ਫੱਕਾ, ਕੋਈ ਰੋਟੀ, ਕੋਈ ਕੁਝ ਨਾ ਕੁਝ ਉਸ ਨੂੰ ਦੇ ਦਿੰਦਾ ਸੀ। ਸਤਿਗੁਰ ਆਪਣੀ ਦਾਦੀ ਦੇ ਨਾਲ ਉਂਗਲੀ ਫੜ ਕੇ ਉਸਦੇ ਘਰ ਜਾਂਦੇ ਹਨ ਤਾਂ ਦੇਖਦੇ ਹਨ ਕਿ ਬੜੀ ਹੀ ਕਠਿਨ ਅਵਸਥਾ ਵਿੱਚ ਉਸਦਾ ਜੀਵਨ ਚੱਲ ਰਿਹਾ ਹੈ। ਦਇਆ ਦਾ ਘਰ। ਮਹਾਂਪੁਰਸ਼ ਜੋ ਹਨ, ਉਹ ਹਰ ਇੱਕ ਨੂੰ ਬਖਸ਼ ਦਿੰਦੇ ਹਨ, ਦਇਆ ਕਰ ਦਿੰਦੇ ਹਨ। ਤਾਂ ਸਾਧ ਸੰਗਤ ਜੀ, ਦਾਦੀ ਅਤੇ ਮਾਤਾ ਕਰਮਾ ਬਾਈ ਆਪਣੇ ਪਰਿਵਾਰ ਦੀਆਂ ਦੁੱਖ ਸੁੱਖ ਦੀਆਂ ਗੱਲਾਂ ਕਰਕੇ ਘੰਟਾ 2 ਘੰਟੇ ਉਹਨਾਂ ਨੇ ਟਾਈਮ ਪਾਸ ਕੀਤਾ ਅਤੇ ਸਤਿਗੁਰ
ਦੇਖਦੇ ਰਹਿੰਦੇ ਹਨ ਅਤੇ ਆਲੇ ਦੁਆਲੇ ਖੇਡਦੇ ਹੋਏ ਦਿਲ ਵਿੱਚ ਕੀ ਆਉਂਦਾ ਹੈ, ਇਹ ਮਾਤਾ ਕਿੰਨੀ ਕਠਿਨਾਈ ਵਿੱਚ ਜੀ ਰਹੀ ਹੈ ਔਰ ਰਾਮ ਦਾ ਜੋ ਸਿਮਰਨ ਹੈ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ। ਕਿਰਪਾ ਹੋ ਗਈ। ਭਾਗ ਤਾਂ ਉਦੋਂ ਹੀ ਜਾਗ ਪਏ ਸਨ ਜਿਸ ਮੌਕੇ ਸਤਿਗੁਰਾਂ ਦੇ ਚਰਨ ਘਰ ਦੇ ਵਿੱਚ ਪਏ ਹਨ। ਜੋ ਦਰਸ਼ਨ ਕੀਤੇ ਹਨ ਸਤਿਗੁਰ ਨੇ ਮਾਤਾ ਦੇ, ਤਾਂ ਦਇਆ ਦੀ ਦ੍ਰਿਸ਼ਟੀ ਜੋ ਹੈ ਉਹ ਸ਼ੁਰੂ ਹੋ ਗਈ ਹੈ। ਸਾਧ ਸੰਗਤ ਜੀ, ਬਸ ਅੱਜ ਮਾਤਾ ਦੇ ਜੋ ਭਾਗ ਹਨ ਉਹ ਅੱਜ ਖੁੱਲ ਗਏ ਹਨ। ਕਹਿੰਦੇ ਹਨ, ਜਿਸ ਤਰ੍ਹਾਂ ਦੱਸਿਆ ਹੈ ਕਿ ਅਕਾਲ ਪੁਰਖ ਨੂੰ ਪੁਕਾਰਦੇ ਰਹਿਣਾ ਹੈ, ਗਾਫਲ ਹੋ ਕੇ ਸੌਣਾ ਨਹੀਂ ਹੈ, ਅਤੇ ਪੁਕਾਰਦੇ ਰਹਿਣ ਦੇ ਨਾਲ ਇੱਕ ਦਿਨ ਪੁਕਾਰ ਸੁਣੀ ਜਾਂਦੀ ਹੈ। ਅੱਜ ਪੁਕਾਰ ਸੁਣੀ ਗਈ ਹੈ। ਗੱਲਾਂ ਬਾਤਾਂ ਹੋਈਆਂ। ਸਤਿਗੁਰ ਰਵਿਦਾਸ ਆਖਰ ਆਪਣੀ ਦਾਦੀ ਦੇ ਨਾਲ ਘਰ ਚਲੇ ਜਾਂਦੇ ਹਨ। ਬਸ ਸਾਰੀ ਰਾਤ ਦਇਆ ਦੀ ਦ੍ਰਿਸ਼ਟੀ ਜੋ ਹੈ ਉਹ ਸਤਿਗੁਰਾਂ ਦੇ ਅੱਗੇ ਆਈ ਜਾਂਦੀ ਹੈ ਕਿ ਦਇਆ ਕਰਨੀ ਹੈ। ਦੂਸਰਾ ਦਿਨ ਸਵੇਰਾ ਹੋਇਆ ਹੈ। ਸਾਧ ਸੰਗਤ ਜੀ, ਘਰੋਂ ਜਦੋਂ ਟਾਈਮ ਬਣਿਆ ਹੈ, ਸਤਿਗੁਰ ਖੇਡਦੇ ਖਿਡਾਉਂਦੇ ਦੁਪਹਿਰ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਮਾਤਾ ਕਰਮਾ ਬਾਈ ਦੇ ਘਰ ਪਹੁੰਚ ਜਾਂਦੇ ਹਨ। ਦੇਖੋ, ਸੰਤਾਂ ਮਹਾਂਪੁਰਸ਼ਾਂ ਦਾ ਜੋ ਵਿਸ਼ੇਸ਼ ਗੱਲ ਹੁੰਦੀ ਹੈ, ਉਹ ਜਿੱਥੇ ਵੀ ਦੁਖੀ ਹਨ ਲੋਕ, ਜਿੱਥੇ ਵੀ ਕੋਈ ਪ੍ਰੇਮੀ ਹੈ, ਜਿੱਥੇ ਵੀ ਕੋਈ ਸ਼ਰਧਾਵਾਨ ਹੈ, ਉਹ ਸੰਤ ਮਹਾਂਪੁਰਸ਼ ਗੁਰੂ ਪੀਰ ਜੋ ਸੱਚੇ ਹਨ ਉੱਥੇ ਆਪ ਚੱਲ ਕੇ ਚਲੇ ਜਾਂਦੇ ਹਨ। ਅੱਜ ਦਾ ਮਾਹੌਲ ਕਿਆ ਹੈ? ਅੱਜ ਦੇ ਮਾਹੌਲ ਦੇ ਵਿੱਚ ਸੰਤਾਂ ਦੇ ਨਾਮ ਲੋਕਾਂ ਨੇ ਆਪਣੇ ਨਾਲ ਜੋੜੇ ਹੋਏ ਹਨ, ਪਰ ਬੰਜਾਰ ਵਪਾਰ ਜੋ ਕਰਦੇ ਹਨ ਉਹ ਕਰਦੇ ਹਨ ਮਾਇਆ ਦਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਮਾਤਾ ਕਰਮਾ ਬਾਈ ਦੇ ਘਰ ਪਹੁੰਚ ਜਾਂਦੇ ਹਨ। ਮਾਤਾ ਕਰਮਾ ਬਾਈ ਰੂਹ ਦੇ ਜੋ ਗਲੋਟੇ ਬਣਾ ਰਹੀ ਹੈ, ਸਤਿਗੁਰ ਖੜੇ ਦੇਖਦੇ ਹਨ ਤੇ ਆਖਦੇ ਹਨ, ਮਾਤਾ ਮੈਂ ਆ ਗਿਆ। ਹਰ ਰੋਜ਼ ਤੂੰ ਪੁਕਾਰਦੀ ਹੈ, ਅੱਜ ਤੇਰੇ ਭਾਗ ਜਾਗ ਗਏ ਹਨ ਮਾਤਾ। ਅੱਗੇ ਹੋ ਕੇ ਤਰੀਕੇ ਦੇ ਨਾਲ ਗਲੋਟਿਆਂ ਵਾਲਾ ਜੋ ਜਿਹਦੇ ਵਿੱਚ ਪੂਣੀਆਂ ਔਰ ਗਲੋਟੇ ਰੱਖੇ ਹੋਏ ਸਨ, ਛਾਬਾ ਚੱਕ ਲੈਂਦੇ ਹਨ, ਦੱਬੇ ਪੈਰੀ ਚੱਕਦੇ ਹਨ। ਤਾਂ ਮਾਤਾ ਜੋ ਹੈ ਉਸ ਨੂੰ ਪਹਿਲਾਂ ਤੇ ਪਤਾ ਨਹੀਂ ਲੱਗਦਾ। ਅਸੀਂ ਦੁਨਿਆਵੀ ਜੀਵ ਜਦੋਂ ਸਾਡੇ ਭਾਗਾਂ ਦੇ ਗਲੋਟੇ ਜੋ ਹੈ ਸਤਿਗੁਰ ਚੱਕਦਾ ਹੈ, ਸਾਡੀ ਬਣੀ ਹੋਈ ਪ੍ਰੀਤ ਦੇ ਕਾਰਨ ਸਾਨੂੰ ਨਹੀਂ ਪਤਾ ਲੱਗਦਾ।
ਸਾਧ ਸੰਗਤ ਜੀ, ਮਾਤਾ ਨੇ ਜਦੋਂ ਗਲੋਟਾ ਦੂਸਰਾ ਪਾਉਣਾ ਸੀ ਤੇ ਪਹਿਲਾਂ ਲਾਉਣਾ ਸੀ, ਉਹਨੇ ਲਾਇਆ ਹੈ ਤੱਕੜੇ ਦੇ ਨਾਲੋਂ, ਤਾਂ ਜਦੋਂ ਛਾਬੇ ਵਿੱਚ ਰੱਖਣਾ ਚਾਹੁੰਦੀ ਹੈ ਤਾਂ ਛਾਬਾ ਹੀ ਨਹੀਂ ਹੈ ਉੱਥੇ। ਸੰਤਾਂ ਨਾਲ, ਮਹਾਂਪੁਰਸ਼ਾਂ ਨਾਲ, ਸਤਿਗੁਰੂ ਰਵਿਦਾਸ ਨਾਲ ਪ੍ਰੀਤ ਜੁੜੀ ਹੈ ਤਾਂ ਭਾਗਾਂ ਵਾਲਾ ਛਾਬਾ ਉਹਨਾਂ ਨੇ ਆਪ ਹੀ ਚੱਕ ਲੈਣਾ ਹੈ। ਸਾਧ ਸੰਗਤ ਜੀ, ਮਾਤਾ ਨੇ ਇੱਧਰ ਉੱਧਰ ਹੱਥ ਮਾਰਿਆ ਤਾਂ ਉਸ ਨੂੰ ਛਾਬਾ ਨਹੀਂ ਦਿਸਦਾ ਹੈ। ਇੱਧਰ ਉੱਧਰ ਹੱਥ ਮਾਰਦੀ ਹੈ, ਸਤਿਗੁਰ ਫਿਰ ਰੱਖ ਦਿੰਦੇ ਹਨ। ਤੇ ਥੋੜਾ ਜਿਹਾ ਭੁਲੇਖਾ ਮਾਤਾ ਨੂੰ ਪੈਂਦਾ ਹੈ। ਸਾਨੂੰ ਜੀਵਨ ਵਿੱਚ ਭੁਲੇਖਾ ਪੈਂਦਾ ਹੈ ਕਿ ਸਤਿਗੁਰ ਸਾਡੇ ਨਾਲ ਜੁੜਦਾ ਨਹੀਂ ਹੈ, ਸਾਡਾ ਛਾਬਾ ਨਹੀਂ ਚੱਕਦਾ ਹੈ, ਅਸੀਂ ਭੁਲੇਖੇ ਵਿੱਚ ਰਹਿ ਜਾਂਦੇ ਹਾਂ। ਸਾਧ ਸੰਗਤ ਜੀ, ਮਾਤਾ ਨੇ ਸੋਚਿਆ ਕਿ ਮੈਨੂੰ ਸ਼ਾਇਦ ਲੱਭਣ 'ਚ ਗਲਤੀ ਹੋ ਗਈ ਹੋਵੇ ਛਾਬਾ। ਉਸਨੇ ਦੂਸਰਾ ਗਲੋਟਾ ਲਗਾ ਲਿਆ ਹੈ, ਕੱਤਦੀ ਹੈ, ਪਰ ਅੰਦਰੋਂ ਜੋ ਹੈ ਧਿਆਨ ਉਹ ਸਤਿਗੁਰ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਦੂਸਰਾ ਗਲੋਟਾ ਲਾਇਆ ਹੈ ਤਕੜੇ ਤੋਂ, ਉਹੀ ਗੱਲ ਫਿਰ ਛਾਬਾ ਗਏ ਤੇ ਮਾਤਾ ਬੋਲਦੀ ਹੈ, ਮੈਨੂੰ ਪਤਾ ਹੈ ਕੋਈ ਨਾ ਕੋਈ ਹੈ ਜੋ ਛਾਬਾ ਚੁੱਕਦਾ ਹੈ। ਕਿਉਂਕਿ ਕਈ ਵਾਰੀ ਬੱਚੇ ਐਸੇ ਸ਼ਰਾਰਤਾਂ ਵੀ ਕਰਦੇ ਹਨ, ਅਜਿਹੇ ਮੌਕਿਆਂ ਤੇ ਬੱਚੇ ਕੁਝ ਨਾ ਕੁਝ ਬਜ਼ੁਰਗਾਂ ਨੂੰ ਤੰਗ ਵੀ ਕਰਦੇ ਹਨ। ਦਿਲ ਵਿੱਚ ਪ੍ਰੀਤ ਦੀ ਖਿੱਚ ਉਸੇ ਤਰ੍ਹਾਂ ਹੈ ਤੇ ਛਾਬਾ ਲੱਭਦੀ ਹੋਈ ਕੁਝ ਬੋਲਣ ਲੱਗ ਪੈਂਦੀ ਹੈ ਕਿ ਜਿਹਨੇ ਵੀ ਛਾਬਾ ਚੱਕਿਆ ਹੈ, ਮੇਰਾ ਛਾਬਾ ਇੱਥੇ ਰੱਖ ਦਿਓ, ਨਹੀਂ ਤਾਂ ਮੇਰੇ ਹੱਥ ਆ ਗਿਆ ਤਾਂ ਦੇਖਣਾ ਮੈਂ ਕੀ ਹਾਲ ਕਰਾਂਗੀ। ਉਹ ਤਾਂ ਅੱਜ ਆਪ ਆ ਗਿਆ ਸੀ ਉੱਥੇ। ਸਾਧ ਸੰਗਤ ਜੀ, ਸਤਿਗੁਰ ਨੇ ਛਾਬਾ ਰੱਖ ਦਿੱਤਾ ਹੈ ਤੇ ਮਾਤਾ ਆਖਦੀ ਕੌਣ ਹੈ? ਤਾਂ ਪਿੱਛੋਂ ਆ ਕੇ ਮਾਤਾ ਦੀਆਂ ਅੱਖਾਂ ਦੇ ਉੱਤੇ ਹੱਥ ਰੱਖ ਦਿੰਦੇ ਹਨ, ਫੜ ਲੈਂਦੇ ਹਨ, ਜਿੱਦਾਂ ਆਪਾਂ ਪਿਛਲੇ ਪਾਸਿਓਂ ਖੜ ਕੇ ਅੱਖਾਂ ਕਿਸੇ ਦੀਆਂ ਬੰਦ ਕਰ ਦਈਏ। ਤਾਂ ਆਖਦੇ ਹਨ, ਤੂੰ ਆਪ ਹੀ ਦੇਖ ਲੈ ਕੌਣ ਹੈ। ਜਿਵੇਂ ਨੇਤਰਾਂ ਤੇ ਹੱਥ ਰੱਖੇ, ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼। ਸਾਧ ਸੰਗਤ ਜੀ, ਸਮੇਂ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਅਸੀਂ ਕਥਾ ਕਹਾਣੀਆਂ ਕਰਦੇ ਹਾਂ, ਪਰ ਜੋ ਅਜਿਹਾ ਸਮਾਂ ਹੈ ਉਸ ਨੂੰ ਬਿਆਨ ਕਰਨਾ ਬਹੁਤ ਕਠਿਨ ਹੈ, ਬਹੁਤ ਮੁਸ਼ਕਲ ਹੈ। ਸਤਿਗੁਰ ਦੀ ਰਹਿਮਤ ਇੰਨੀ ਹੋ ਗਈ ਹੈ ਕਿ ਜਿਹੜੇ 30 ਸਾਲਾਂ ਤੋਂ ਨੇਤਰ ਜੋ ਸਨ ਬੰਦ ਸਨ, 30 ਸਾਲ ਥੋੜਾ ਸਮਾਂ ਨਹੀਂ ਹੁੰਦਾ। ਨਾ ਉਸਨੇ ਘਰ ਦੇਖਿਆ ਸੀ, ਨਾ ਦੁਆਰ ਦੇਖਿਆ ਸੀ, ਸ਼ਕਲਾਂ ਉਸ ਨੂੰ ਭੁੱਲ ਗਈਆਂ ਸਨ, ਚਾਰੇ ਪਾਸੇ ਅੰਧੇਰਾ ਹੀ ਅੰਧੇਰਾ। ਸਾਧ ਸੰਗਤ ਜੀ, ਸਤਿਗੁਰਾਂ ਦੇ ਛੋਟੇ ਛੋਟੇ ਕੂਲੇ ਕੂਲੇ ਜੋ ਹੱਥ ਸਨ, ਉਹਨਾਂ ਨੇ ਅੱਜ ਕਲਾ ਵਰਤਾ ਦਿੱਤੀ ਹੈ। ਆਖਦੇ ਹਨ, ਦੇਖ ਲਾ ਕੌਣ ਹੈ। ਜਦੋਂ ਪ੍ਰਕਾਸ਼ ਹੋ ਗਿਆ ਨਾ, ਅੱਖਾਂ ਖੁੱਲੀਆਂ ਹਨ, ਜਿਉਂ ਪਿੱਛੇ ਨੂੰ ਨਜ਼ਰ ਘੁਮਾ ਕੇ ਦੇਖੀ ਹੈ, ਜਾਣਦੀ ਨਹੀਂ ਹੈ ਕੌਣ ਹੈ, ਕਿਉਂਕਿ ਉਸਨੇ ਤਾਂ 30 ਸਾਲਾਂ ਤੋਂ ਦੁਨੀਆ ਦੇਖੀ ਹੀ ਨਹੀਂ ਸੀ। ਤਾਂ ਆਖਦੀ ਹੈ ਕੌਣ ਹੈ?
ਸਾਧ ਸੰਗਤ ਜੀ, ਸਤਿਗੁਰ ਆਖਦੇ ਹਨ, ਮਾਤਾ ਜਿਸ ਨੂੰ ਹਰ ਰੋਜ਼ ਯਾਦ ਕਰਦੀ ਹੈ, ਅੱਜ ਤੇਰੇ ਕੋਲ ਆ ਗਿਆ ਹੈ ਤੇ ਅੱਜ ਪੁੱਛਦੀ ਹੈ ਕੌਣ? ਮਾਤਾ ਉੱਠ ਕੇ ਖੜੀ ਹੋ ਗਈ ਹੈ। ਛੋਟੇ ਜਿਹੇ ਸਤਿਗੁਰ ਰਵਿਦਾਸ 8-9 ਸਾਲ ਦੀ ਉਮਰ ਦੇ ਜੋ ਸਨ, ਚਰਨਾਂ ਤੇ ਢਹਿ ਕੇ ਪੈ ਗਈ ਹੈ। ਸਾਧ ਸੰਗਤ ਜੀ, ਬਸ ਵੈਰਾਗ ਵੈਰਾਗ ਵੈਰਾਗ। ਇਹ ਛੋਟਾ ਜਿਹਾ ਬੱਚਾ ਰੱਬ ਦਾ ਰੂਪ ਰੋਈ ਜਾਂਦੀ ਹੈ। ਆਲੇ ਦੁਆਲੇ ਦਾ ਜੋ ਵਾਤਾਵਰਨ ਹੈ ਦੇਖਦੀ ਹੈ, ਘਰ ਦੇਖਦੀ ਹੈ, ਬਸ ਆਪਾ ਸੰਭਾਲ ਨਹੀਂ ਹੁੰਦਾ ਹੈ। ਉੱਚੀ ਉੱਚੀ ਰੋਣ ਲੱਗ ਪੈਂਦੀ ਹੈ, ਮੇਰਾ ਗੁਰੂ ਆ ਗਿਆ ਹੈ, ਰੱਬ ਮੇਰੇ ਘਰ ਆ ਗਿਆ ਹੈ। ਰੌਲਾ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਹਨ। ਜਦੋਂ ਦੇਖਦੇ ਹਨ ਕਿ ਇਹ 30 ਸਾਲਾਂ ਤੋਂ ਜੋ ਮਾਤਾ ਦੇਖ ਨਹੀਂ ਸੀ ਸਕਦੀ, ਇਸ ਦੀਆਂ ਨਜ਼ਰਾਂ ਜੋ ਸਨ ਅੰਧੇਰਾ ਹੋ ਚੁੱਕੀਆਂ ਸਨ ਔਰ ਇਸ ਦੇ ਨੇਤਰ ਬਿਲਕੁਲ ਅੰਧੇ ਹੋ ਚੁੱਕੇ ਸਨ, ਅੱਜ ਉਹ ਸਾਰਿਆਂ ਨੂੰ ਪਛਾਣ ਰਹੀ ਹੈ, ਸਾਰਿਆਂ ਦੇ ਗਲ ਲਾ ਕੇ ਰੋ ਰਹੀ ਹੈ, ਬੇ ਤੂੰ ਫਲਾਨਾ ਹੈ, ਨਹੀਂ ਤੂੰ ਫਲਾਨੀ ਹੈ। ਹਰ ਇੱਕ ਨੂੰ ਪਹਿਚਾਣ ਰਹੀ ਹੈ। ਸਤਿਗੁਰ ਦੀ ਦ੍ਰਿਸ਼ਟੀ ਹੋ ਗਈ ਹੈ। ਸਾਧ ਸੰਗਤ ਜੀ, ਕੁਝ ਹੀ ਟਾਈਮ ਦੇ ਵਿੱਚ ਸਾਰੇ ਨਗਰ ਨੂੰ ਪਤਾ ਲੱਗ ਗਿਆ ਹੈ ਕਿ ਮਾਤਾ ਕਰਮਾ ਬਾਈ ਜੋ ਹੈ, ਉਸ ਦੀ ਨਜ਼ਰ ਜੋ ਠੀਕ ਹੋ ਗਈ ਹੈ। ਹਰ ਇੱਕ ਭੱਜਾ ਆ ਰਿਹਾ ਹੈ, ਜਿਹਨੂੰ ਪਤਾ ਲੱਗਦਾ ਹੈ ਭੱਜਾ ਆ ਰਿਹਾ ਹੈ ਮਾਤਾ ਨੂੰ ਦੇਖਣਾ, ਮਾਤਾ ਦੇ ਦਰਸ਼ਨ ਕਰਨੇ। ਆਮ ਕਰਕੇ ਅਸੀਂ ਦੇਖਦੇ ਹਾਂ ਜਦੋਂ ਐਸਾ ਕੁਝ ਬੀਤਦਾ ਹੈ, ਲੋਕ ਨੱਠ ਕੇ ਪਹੁੰਚਦੇ ਹਨ। ਲੋਕਾਂ ਨੇ ਘੇਰਾ ਪਾ ਲਿਆ ਹੈ। ਮਾਤਾ ਸਤਿਗੁਰ ਦੇ ਗੁਣ ਗਾਈ ਜਾਂਦੀ ਹੈ, ਆਖਦੀ ਹੈ ਕਿ ਮੇਰੇ ਘਰ ਰੱਬ ਆ ਗਿਆ ਹੈ। ਲੋਕਾਂ ਨੇ ਛੇਤੀ ਹੀ ਸਮਝ ਲਿਆ ਹੈ ਸਤਿਗੁਰ ਰਵਿਦਾਸ ਮਹਾਰਾਜ ਦੀਆਂ ਰਹਿਮਤਾਂ ਜੋ ਹਨ, ਕੋਈ ਉਹਨਾਂ ਨੂੰ ਛੋਟੀ ਅਵਸਥਾ ਦੇ ਹਨ, ਕੋਈ ਉਹਨਾਂ ਨੂੰ ਚੱਕ ਰਿਹਾ ਹੈ, ਕੋਈ ਉਹਨਾਂ ਨੂੰ ਜੱਫੀ ਪਾ ਰਿਹਾ ਹੈ, ਕੋਈ ਪੈਰੀ ਹੱਥ ਲਾ ਰਿਹਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ। ਸਤਿਗੁਰ ਅਕਾਲ ਪੁਰਖ ਦਾ ਜੋ ਰੂਪ ਸਨ ਜਾਂ ਰੂਪ ਹਨ, ਉਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਹ ਮਾਤਾ ਕਰਮਾ ਬਾਈ ਜੋ ਸੀ, ਇਹ ਸਤਿਗੁਰ ਦੀ ਪਹਿਲੀ ਸਿੱਖ ਦੱਸੀ ਜਾਂਦੀ ਹੈ। ਸਾਧ ਸੰਗਤ ਜੀ, ਬੜੀ ਦੁਨੀਆ ਇਕੱਠੀ ਹੋ ਗਈ ਹੈ, ਕਾਫੀ ਟਾਈਮ ਲੰਘ ਗਿਆ ਹੈ ਔਰ ਮਾਤਾ ਆਖਦੀ ਹੈ ਸਤਿਗੁਰ ਨੂੰ, ਮੇਰੇ ਸਤਿਗੁਰ, ਇਹਨਾਂ ਨੇਤਰਾਂ ਨਾਲ ਇਹਨਾਂ ਨੇਤਰਾਂ ਨਾਲ ਮੈਂ ਤੈਨੂੰ ਦੇਖਿਆ ਹੈ, ਮੇਰੀ ਹੁਣ ਹੋਰ ਕੋਈ ਜ਼ਿਆਦਾ ਤਮੰਨਾ ਨਹੀਂ ਹੈ। ਮੇਰੀ ਉਮਰ ਅਵਸਥਾ ਜੋ ਹੈ ਉਹ ਵੀ ਬੁਢੇਪੇ ਅਲ ਹੈ, ਸਹਾਰਾ ਮੇਰਾ ਕੋਈ ਨਹੀਂ ਹੈ। ਤਾਂ ਸਤਿਗੁਰ ਆਖਦੇ ਹਨ, ਮਾਤਾ
ਤੈਨੂੰ ਬਖਸ਼ਿਸ਼ਾਂ ਦਾ ਭੰਡਾਰਾ ਮਿਲ ਗਿਆ ਹੈ। ਹੁਣ ਬਾਕੀ ਦੀ ਜ਼ਿੰਦਗੀ ਜੋ ਤੇਰੀ ਹੈ, ਸੇਵਾ ਤੇ ਸਿਮਰਨ ਦੇ ਵਿੱਚ ਲਾ ਕੇ ਸਫਲ ਕਰ। ਐਸੀ ਰਹਿਮਤ ਕਰ ਦਿੱਤੀ ਹੈ ਜੋ ਮਾਤਾ, ਅਨਪੜ੍ਹ ਮਾਤਾ, ਜੋ ਨਿਤਰਹੀਣ 30 ਸਾਲ ਰਹੀ ਸੀ, ਜਿਸ ਨੂੰ ਕੋਈ ਗਿਆਨ ਨਹੀਂ ਸੀ, ਸਤਿਗੁਰ ਦੀ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਹੈ ਕਿ ਉਹ ਮਾਤਾ ਆਪ ਸਤਿਗੁਰ ਦਾ ਨਿਤ ਪ੍ਰਤੀ ਗੁਣ ਗਾਉਂਦੀ ਹੈ ਤੇ ਸੰਗਤਾਂ ਜੋ ਹਨ ਜੁੜ ਕੇ ਉਸ ਤੋਂ ਗਿਆਨ ਦੀ ਪ੍ਰਾਪਤੀ ਐਸਾ ਕਰਦੀਆਂ ਹਨ ਕਿ ਹਰ ਇੱਕ ਦਾ ਜੀਵਨ ਸਫਲ ਹੋ ਰਿਹਾ ਹੈ। ਸਾਧ ਸੰਗਤ ਜੀ, ਜਦੋਂ ਸਤਿਗੁਰ ਦੀ ਕਿਰਪਾ ਹੋ ਜਾਂਦੀ ਹੈ, ਕਮੀ ਕੋਈ ਨਹੀਂ ਰਹਿੰਦੀ। ਐਸਾ ਹੈ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜੋ ਪਲ ਪਲ ਦਾ ਜੋ ਜੀਵਨ ਮਨੁੱਖੀ ਜਾਮੇ ਦੇ ਵਿੱਚ ਲੰਘਿਆ ਹੈ, ਉਹਨਾਂ ਦੇ ਪਰਉਪਕਾਰਾਂ ਨੂੰ ਜੋ ਹੈ ਗਿਣਨਾ ਬਹੁਤ ਮੁਸ਼ਕਲ ਹੈ। ਬਚਪਨ ਤੋਂ ਲੈ ਕੇ ਸਾਰੀ ਉਮਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਛਾਤੀ ਤਾਣ ਕੇ ਕੌਮ ਨੂੰ ਅੱਜ ਤੱਕ ਪਹੁੰਚਾਇਆ ਹੈ, ਜਿੱਥੇ ਉਹ ਸਾਰੇ ਜਾਣਦੇ ਹਨ। ਕੀ ਹਾਲ ਸੀ ਕੌਮ ਦਾ। ਸਾਧ ਸੰਗਤ ਜੀ, ਪੈਰਾਂ ਦੇ ਪਿੱਛੇ ਛਾਪੇ ਬੰਦੇ ਜਾਂਦੇ ਸਨ। ਇਹ ਕੋਈ ਮਨੁੱਖ ਦੀ ਗੱਲ ਹੈ ਕਿ ਪੈਰਾਂ ਦੇ ਪਿੱਛੇ ਛਾਪੇ ਬੰਨੇ ਜਾਣ? ਗਲਾਂ ਦੇ ਵਿੱਚ ਕੁੱਜੇ ਪਾਏ ਜਾਂਦੇ ਸਨ। ਇਹ ਕੋਈ ਮਨੁੱਖਤਾ ਹੈ? ਕੰਨਾਂ ਦੇ ਵਿੱਚ ਸਿੱਕੇ ਪਾਏ ਜਾਂਦੇ ਸਨ। ਉਹਨਾਂ ਨੂੰ ਵਸਤਰ ਪਹਿਨਣ ਦੀ ਆਗਿਆ ਨਹੀਂ ਸੀ। ਵੱਡੇ ਵੱਡੇ ਵਾਲ, ਬਹੁਤ ਹੀ ਮੰਦੀ ਹਾਲਤ। ਉਸ ਮੌਕੇ ਦੇ ਸਮੇਂ ਨੇ ਇੱਕ ਮਨੁੱਖ ਨੂੰ ਮਨੁੱਖਤਾ ਤੋਂ ਦੂਰ ਕਰ ਦਿੱਤਾ ਸੀ। ਸਾਡੇ ਦੋ ਰਹਿਬਰ ਹਨ, ਸਤਿਗੁਰ ਰਵਿਦਾਸ ਤੇ ਬਾਬਾ ਸਾਹਿਬ ਬਾਬਾ ਭੀਮ ਰਾਓ ਅੰਬੇਦਕਰ ਜੀ, ਜਿਨ੍ਹਾਂ ਨੇ ਮਨੁੱਖਤਾ ਨੂੰ ਜਗਾ ਕੇ ਉਹਨਾਂ ਦੀ ਰਾਖੀ ਕੀਤੀ। ਅੱਜ ਫਲ ਜੋ ਹੈ, ਦਰਖਤ ਜੋ ਹੈ, ਉਹ ਵੱਡਾ ਹੋ ਚੁੱਕਾ ਹੈ ਅਤੇ ਉਸ ਨੂੰ ਫਲ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਇਹਨਾਂ ਦੀ ਹੁਣ ਰਾਖੀ ਕਰਨੀ ਸਾਧ ਸੰਗਤ ਦੇ ਫਰਜ਼ ਹਨ। ਸੋਹਣਾ ਨਹੀਂ ਹੈ, ਜਿਸ ਤਰ੍ਹਾਂ ਕਬੀਰ ਜੀ ਨੇ ਸ਼ਬਦ ਵਿੱਚ ਆਖਿਆ ਹੈ ਕਿ ਪੁਕਾਰ ਕਰਦੇ ਰਹਿਣਾ ਹੈ, ਕੋਸ਼ਿਸ਼ ਕਰਦੇ ਰਹਿਣਾ ਹੈ, ਸਤਿਗੁਰ ਦੇ ਉਪਦੇਸ਼ਾਂ ਨੂੰ ਅਮਲ ਲਿਆਉਂਦੇ ਰਹਿਣਾ ਹੈ। ਹੇ ਮਨੁੱਖ, ਤੂੰ ਸੌਣਾ ਨਹੀਂ ਹੈ, ਤੂੰ ਗਾਫਲ ਨਹੀਂ ਹੋਣਾ ਹੈ, ਤੂੰ ਆਲਸ ਨਹੀਂ ਕਰਨੀ ਹੈ। ਬਸ ਜਦੋਂ ਤੂੰ ਕੂਕਦਾ ਰਹੇਗਾ, ਪੁਕਾਰ ਕਰਦਾ ਰਹੇਗਾ, ਇੱਕ ਦਿਨ ਅਜਿਹਾ ਜ਼ਰੂਰ ਆਏਗਾ ਕਿ ਜਿਸ ਤਰ੍ਹਾਂ ਕਰਮਾ ਬਾਈ ਮਾਤਾ ਜੋ ਸੀ, ਉਸਦੀ ਪੁਕਾਰ ਸੁਣੀ ਗਈ, ਤੇਰੀ ਪੁਕਾਰ ਸਤਿਗੁਰ ਦੇ ਦੁਆਰੇ ਜ਼ਰੂਰ ਸੁਣੀ ਜਾਏਗੀ। ਬਸ ਸੌਣਾ ਨਹੀਂ ਹੈ, ਜਾਗਣਾ ਹੈ।
ਸਾਧ ਸੰਗਤ ਜੀ, ਇਹ ਕਥਾ ਜੋ ਹੈ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਔਰ ਅਸੀਂ ਇੱਥੋਂ ਸਿੱਖ ਕੇ ਅੱਗੇ ਜੋ ਮੰਜ਼ਿਲ ਵੱਲ ਜਾਣਾ ਹੈ। ਬਹੁਤ ਅਗਿਆਨਤਾ ਹੈ। ਸਤਿਗੁਰ ਰਵਿਦਾਸ, ਸਤਿਗੁਰ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਵੀ ਸਤਿਗੁਰ ਬਿਰਾਜਮਾਨ ਹਨ। ਉਥੋਂ ਓਟ ਆਸਰਾ ਲੈ ਕੇ ਸੰਗਤ ਜੀ ਅੱਗੇ ਚੱਲਣਾ ਹੈ। ਤਾਂ ਇੱਕ ਦਿਨ ਜ਼ਰੂਰ ਆਏਗਾ ਜਦ ਸਾਡੇ ਪੁਰਾਣੇ ਜੋ ਨੇਤਰਬੰਧ ਹੋਏ ਪਏ ਹਨ, ਮਾਤਾ ਕਰਮਾ ਬਾਈ ਦੀ ਤਰ੍ਹਾਂ ਸਤਿਗੁਰ ਉਹਨਾਂ ਨੇਤਰਾਂ ਨੂੰ ਪ੍ਰਕਾਸ਼ ਬਖਸ਼ਣਗੇ। ਕਮੀਆਂ ਸਾਡੇ ਵਿੱਚ ਹਨ, ਅਸੀਂ ਦੋਸ਼ ਹੋਰ ਕਿਸੇ ਨੂੰ ਦਿੰਦੇ ਹਾਂ। ਇੰਨੀ ਵੱਡੀ ਕੌਮ ਗਿਣਤੀ ਦੇ ਵਿੱਚ ਸਤਿਗੁਰ ਦਾ ਦਰ ਛੱਡ ਕੇ ਇੱਧਰ ਉੱਧਰ ਭਟਕਦੀ ਹੈ। ਜਦੋਂ ਬੰਦਾ ਪਿਤਾ ਦੀ ਜਗ੍ਹਾ ਤੇ ਗੁਆਂਢੀਆਂ ਦੇ ਘਰ ਜਾ ਕੇ ਕੁਛ ਮੰਗਦਾ ਹੈ, ਕਹਿੰਦੇ ਹਨ ਇੱਕ ਦਿਨ ਦਾ ਪ੍ਰਾਹੁਣਾ, 2 ਦਿਨ ਦਾ ਪ੍ਰਾਹੁਣਾ, ਪੰਜਾਬੀ ਵਿੱਚ ਕਿਹਾ ਜਾਂਦਾ ਹੈ ਤੀਸਰੇ ਦਿਨ ਦਾਦੇ ਮੰਗਾਉਣਾ। ਮੰਗਣਾ ਕਿਤੋਂ ਹੈ? ਸਤਿਗੁਰ ਤੋਂ, ਜਿਸ ਨੇ ਕਦੀ ਨਾਰਾਜ਼ ਨਹੀਂ ਹੋਣਾ ਹੈ, ਕਿਉਂਕਿ ਆਪਣੇ ਬੱਚਿਆਂ ਤੇ ਪਿਤਾ ਨਾਰਾਜ਼ ਨਹੀਂ ਹੁੰਦਾ ਹੈ। ਪਰ ਤੁਹਾਡੀ ਮੰਗ ਜੋ ਹੈ ਜਾਇਜ਼ ਹੋਣੀ ਚਾਹੀਦੀ ਹੈ। ਪਿਤਾ ਤੇ ਇੰਨਾ ਦਿਆਲੂ ਹੈ ਕਿ ਉਹ ਕਈ ਵਾਰੀ ਨਜਾਇਜ਼ ਮੰਗ ਵੀ ਬੱਚਿਆਂ ਦੀ ਪੂਰੀ ਕਰ ਦਿੰਦਾ ਹੈ। ਪ੍ਰਚਾਰ ਦੇ ਵਿੱਚ ਬਹੁਤ ਡੂੰਘੀਆਂ ਗੱਲਾਂ ਜੋ ਹਨ, ਕਈ ਵਾਰੀ ਸਮਝਣੀਆਂ ਥੋੜ੍ਹੀਆਂ ਜਿਹੀਆਂ ਮੁਸ਼ਕਲ ਹੋ ਜਾਂਦੀਆਂ ਹਨ। ਇਸ ਕਰਕੇ ਮੈਂ ਸੋਚਦਾ ਹਾਂ ਕਦੀ ਕੋਈ ਅਜਿਹੀ ਗੱਲ ਵੀ ਹੋ ਜਾਏ ਜੋ ਇੰਟਰਸਟਡ ਜਾਂ ਤੁਹਾਨੂੰ ਕੁਛ ਤੁਹਾਡਾ ਜੋ ਮਾਹੌਲ ਹੈ ਖੁਸ਼ਗਵਾਰ ਬਣਾ ਦੇਵੇ। ਮੈਂ ਇੱਕ ਪਰਿਵਾਰ ਨੂੰ ਜਾਣਦਾ ਹਾਂ, ਉਹਨਾਂ ਦਾ ਇੱਕੋ ਹੀ ਮੁੰਡਾ ਸੀ ਅਤੇ ਉਹ ਮੁੰਡਾ ਜੀ ਚੁੱਪ ਜਿਹਾ ਰਹਿਣ ਲੱਗ ਪਿਆ, ਕਮਰੇ 'ਚ ਬੰਦ ਰਹੇ। ਤਾਂ ਘਰ ਦੇ ਬੜੇ ਹੈਰਾਨ, ਰਾਤ ਨੂੰ ਉੱਠ ਕੇ ਰੋਟੀ ਵੀ ਚੋਰੀ ਖਾ ਲਿਆ ਕਰੇ, ਸਾਹਮਣੇ ਖਾਵੇ ਨਾ, ਕੱਲਾ ਪੁੱਤ ਘਰਦਿਆਂ ਦਾ। ਅਖੀਰ ਜੀ ਕਹਿੰਦੇ ਜੀ ਇਹਨੂੰ ਕੁਛ ਹੋ ਗਿਆ ਹੈ। ਤੇ ਇੱਕ ਦਿਨ ਜਿੱਦਾਂ ਕੋਈ ਚੀਜ਼ ਭੂਤ ਨੇ, ਸ਼ੈਤਾਨ ਨੇ ਕੋਈ ਪਹਿਰਾ ਕੀਤਾ ਹੁੰਦਾ, ਇਦਾਂ ਬੋਲ ਕੇ ਕਹਿਣ ਲੱਗ ਪਿਆ, ਅਸੀਂ ਫਲਾਨੇ ਬਾਬੇ ਆ, ਇਹ ਮੁੰਡੇ ਨੂੰ ਬਚਾਉਣਾ ਹੈ ਤਾਂ ਇਹਨੂੰ ਕੋਈ ਕਾਲੇ ਰੰਗ ਦੀ ਚੀਜ਼ ਲੈ ਕੇ ਦਿਓ। ਉਹ ਘਰ ਦੇ ਬੜੇ ਹੈਰਾਨ ਵੀ ਕਾਲੇ ਰੰਗ ਦੀ ਕਿਹੜੀ ਚੀਜ਼ ਮੰਗਦਾ ਹੈ, ਬਈ ਕੋਈ ਕੁੱਕੜ ਤਾਂ ਨਹੀਂ ਖਾਣ ਦਾ ਇਹਦਾ ਕੋਈ ਆਈਡੀਆ ਹੈ। ਤੇ ਉਹ ਘਰ ਦੇ ਵਿਚਾਰੇ ਵੀ ਡਰੇ ਹੋਏ, ਕਹਿੰਦੇ ਵੀ ਇਹ ਮੁੰਡਾ ਕੀ ਮੰਗਦਾ ਹੈ, ਕੀ ਜੋ ਭੂਤ ਚੜੇਲ ਹੈ, ਕਿਹੜੀ ਚੀਜ਼ ਮੰਗਦਾ ਹੈ। ਅਖੀਰ ਜੀ ਫਿਰ ਇੱਕ ਦਿਨ ਹੋਰ ਕਹਿਣ ਲੱਗ ਪਿਆ, ਜਿਹਦੇ 2 ਪਹੀਏ ਹੁਣ ਉਹ ਲੈ ਕੇ ਦਿਓ। ਉਹ ਕਹਿਣ ਵੀ 2 ਪਹੀਏ ਕਿਹਦੇ ਹੁੰਦੇ ਆ, ਕਾਲੀ ਚੀਜ਼, ਤੇਲ ਪਾ ਕੇ ਜਿਹੜਾ ਕਹਿੰਦਾ ਚੱਲਦਾ ਆ ਉਹ ਲੈ ਕੇ ਦਿਓ। ਉਹ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਉਹ ਭੂਤ ਚੜੇਲ ਜਿਹੜਾ ਮੁੰਡੇ ਨੂੰ ਚੰਬੜਿਆ ਹੋਇਆ, ਉਹ ਕਹਿੰਦਾ ਵੀ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦਿਓ, ਕੱਲਾ ਪੁੱਤ ਘਰਦਿਆਂ ਦਾ। ਬਸ 1-2 ਦਿਨਾਂ ਦੇ ਵਿੱਚ ਮੋਟਰਸਾਈਕਲ ਆ ਗਿਆ, ਮੁੰਡਾ ਬੜਾ ਸੋਹਣਾ ਠੀਕ ਹੋ ਗਿਆ। ਸੋ ਸਾਧ ਸੰਗਤ ਜੀ,
ਪਿਤਾ ਜੋ ਹੈ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਕਦੀ ਕਦੀ ਨਜਾਇਜ਼ ਮੰਗ ਵੀ ਜੋ ਹੈ ਬੱਚੇ ਦੀ ਪਿਆਰ ਦੇ ਵਿੱਚ, ਪਿਆਰ ਦੀ ਗੱਲ ਹੈ, ਉਹ ਵੀ ਪੂਰੀ ਕਰ ਦਿੰਦਾ ਹੈ। ਪਰ ਸਾਡਾ ਰਿਸ਼ਤਾ ਜੋ ਹੈ ਉਹ ਪੱਕਾ ਇੰਨਾ ਹੋਣਾ ਚਾਹੀਦਾ ਹੈ, ਅੰਦਰੋਂ ਸਾਡਾ ਜਿਹੜਾ ਧਿਆਨ ਹੈ ਉਹ ਸਤਿਗੁਰ ਦੇ ਨਾਲ ਜੁੜਿਆ ਇੰਨਾ ਹੋਣਾ ਚਾਹੀਦਾ ਹੈ ਕਿ ਜਿਵੇਂ ਮਾਤਾ ਕਰਮਾ ਬਾਈ ਦਾ ਸੀ। ਸੋ ਸਾਧ ਸੰਗਤ ਜੀ, ਅਸੀਂ ਧਿਆਨ ਜੋੜਨਾ ਹੈ। ਸਤਿਗੁਰ ਦੀਆਂ ਰਹਿਮਤਾਂ ਦਾ ਖਜ਼ਾਨਾ ਉਹ ਜਿਹੜਾ ਹੈ ਸਾਡੇ ਲਈ ਸਦਾ ਖੁੱਲ੍ਹਾ ਹੈ। ਜੀਵਨ ਸਫਲ ਹੋਏਗਾ, 84 ਲੱਖ ਦੇ ਗੇੜ ਦੇ ਵਿੱਚੋਂ ਨਿਕਲਾਂਗੇ। ਸੋ ਇਹਨਾਂ ਗੱਲਾਂ ਨੂੰ ਜ਼ਰੂਰ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰਾਂ ਦਾ ਦਿਆਲੂ ਜੋ ਸੁਭਾਅ ਹੈ, ਦਿਆਲੂ ਹਨ, ਕਿਰਪਾਲੂ ਹਨ, ਬਖਸ਼ੰਦ ਹਨ, ਭੁੱਲਾਂ ਵੀ ਮਾਫ ਕਰਦੇ ਹਨ। ਹੁਣੇ ਸ਼ਬਦ ਦੇ ਵਿੱਚ ਆਪ ਨੇ ਸੁਣਿਆ ਵੀ ਹੈ। ਸੋ ਆਪਣੀ ਬਿਰਤੀ ਇਸ ਹਿਸਾਬ ਨਾਲ ਜੋੜ ਕੇ ਆਪ ਵੀ ਤਰਨਾ ਹੈ ਤੇ ਸਾਰੇ ਕੁਟੁੰਬ ਨੂੰ ਵੀ ਤਰਨਾ ਹੈ। ਉਮੀਦ ਹੈ ਕਿ ਆਪ ਕਿਰਪਾ ਕਰਕੇ ਸਤਿਗੁਰ ਦਾ ਉਪਦੇਸ਼ ਹੈ ਉਸ ਤੋਂ ਵੱਧ ਤੋਂ ਵੱਧ ਸਿੱਖੋਗੇ ਅਤੇ ਦੂਜਿਆਂ ਨੂੰ ਵੀ ਸਿਖਾਓਗੇ, ਤਾਂ ਹੀ ਜੀਵਨ ਸਫਲ ਹੈ। ਇੰਨੀ ਵਿਆਖਿਆ ਕਰਦੇ ਹੋਏ ਬਹੁਤ ਭੁੱਲਾਂ ਚੁੱਕਾਂ, ਗਲਤੀਆਂ ਹੋ ਸਕਦੀਆਂ ਹਨ, ਬੇਅਦਬੀਆਂ ਹੋ ਸਕਦੀਆਂ ਹਨ, ਉਹਨਾਂ ਨੂੰ ਬਖਸ਼ ਦੇਣਾ। ਪਰ ਐਸਾ ਕੋਈ ਲਫ਼ਜ਼ ਕਈ ਵਾਰ ਲੋਕਾਂ ਨੂੰ ਆਦਤ ਹੁੰਦੀ ਹੈ। ਮੈਨੂੰ ਵੀ ਇੱਕ ਵਾਰੀ ਇੰਗਲੈਂਡ ਵਿੱਚ ਮੇਰੀਆਂ ਕਿਤਾਬਾਂ ਕਿਸੇ ਬੰਦੇ ਨੇ ਲਈਆਂ ਸੀ। ਉਹ ਦੂਸਰੀ ਵਾਰ ਮੈਨੂੰ ਮਿਲਿਆ, ਕਹਿੰਦਾ ਜੀ ਤੁਸੀਂ ਪੱਥਰੀ ਤਾਰਨ ਦੀ ਗੱਲ ਕੀਤੀ ਹੈ, ਤੁਸੀਂ ਹੋਰ ਗੱਲਾਂ ਲਿਖਦੇ ਹੋ ਕਿਤਾਬਾਂ ਦੇ ਵਿੱਚ, ਇਹ ਬੱਚੇ ਨਹੀਂ ਮੰਨਦੇ ਹੈ। ਮੈਂ ਕਿਹਾ ਭਾਈ, ਬੱਚਿਆਂ ਨੂੰ ਮਨਾਓ, ਉਹਨਾਂ ਨੂੰ ਪਿਆਰ ਨਾਲ ਸਮਝਾਓ, ਸਮਝ ਜਾਣਗੇ। ਜਿਹੜਾ ਬੰਦਾ ਕਹਿੰਦਾ ਹੋ ਹੀ ਨਹੀਂ ਸਕਦਾ, ਫਿਰ ਉਹਨੂੰ ਕਹਿ ਦੇ ਵੀ ਭਾਈ ਜੋ ਤੈਨੂੰ ਚੰਗਾ ਲੱਗਦਾ ਹੈ ਤੂੰ ਕਰ ਲੈ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਹੈ ਆਪਣੀ ਕੋਈ ਇੱਛਾ ਨਹੀਂ ਹੈ ਕਿ ਕਿਸੇ ਨਾਲ ਬਹਿਸ ਕਰਨੀ, ਕਿਸੇ ਨਾਲ ਵਿਰੋਧਤਾ ਕਰਨੀ। ਸਤਿਗੁਰ ਦਾ ਉਪਦੇਸ਼ ਹੈ, ਸਤਿਗੁਰ ਸਭ ਕੁਝ ਕਰ ਸਕਦਾ ਹੈ। ਸਤਿਗੁਰ ਤੇ ਸ਼ੱਕ ਨਹੀਂ ਕਰਨੀ ਹੈ, ਬਾਣੀ ਤੇ ਸ਼ੱਕ ਨਹੀਂ ਕਰਨੀ ਹੈ। ਇਤਿਹਾਸ ਜੋ ਹੈ ਇਹ ਸਾਨੂੰ ਹੀ ਸਿਖਾਉਣ ਵਾਸਤੇ ਸਤਿਗੁਰਾਂ ਨੇ ਬੜੀਆਂ ਤਕਲੀਫਾਂ ਕੱਟੀਆਂ ਹਨ। ਵਿਸ਼ਵਾਸ ਬਣਾਉਣਾ ਹੈ, ਤਦ ਹੀ ਜੋ ਹੈ ਰੰਗ ਲਾਗਤ ਲਾਗਤ ਲਾਗੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜ ਭਾਗਾ, ਮਹਿਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ। ਇੰਨਾ ਹੀ ਆਖਦਾ ਹੋਇਆ ਸਾਧ ਸੰਗਤ ਜੀ ਆਪ ਤੋਂ ਖਿਮਾ ਮੰਗਦਾ ਹਾਂ। ਮੇਰਾ ਟੈਲੀਫੋਨ ਨੰਬਰ 0031, ਹਾਲੈਂਡ ਦਾ ਕੋਡ ਹੈ 6155 23439। ਇੱਕ ਵਾਰੀ ਰਿਪੀਟ ਕਰਾਂ, 0031 6155 23439। ਸਰਦਾਰ ਦਵਿੰਦਰ ਸਿੰਘ ਥੰਮਣਵਾਲ ਦਾਸ ਆਪ ਦੀ ਸੇਵਾ ਦੇ ਵਿੱਚ ਜੋ ਕਥਾ ਕੀਤੀ ਹੈ, ਸਮਾਪਤੀ ਦੀ ਆਗਿਆ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ। ਚੜ੍ਹਦੀ ਕਲਾ ਵਿੱਚ ਰਹੋ ਜੀ।